ਬਠਿੰਡਾ ਪਹੁੰਚੇ ਅਰਵਿੰਦ ਕੇਜਰੀਵਾਲ ਦਾ ਵਪਾਰੀਆਂ ਨੂੰ ਭਰੋਸਾ, ਸਰਕਾਰ ਬਣੀ ਤਾਂ 1 ਅਪ੍ਰੈਲ ਤੋਂ ਡਰਨ ਦੀ ਲੋੜ ਨਹੀਂ, ਸੁਰੱਖਿਆ ਦੀ ਅਸੀਂ ਲਵਾਂਗੇ ਪੂਰੀ ਜ਼ਿੰਮੇਵਾਰੀ। ਕੇਜਰੀਵਾਲ ਖਿਲਾਫ ਮਾਨਹਾਨੀ ਦਾ ਕੇਸ ਦਰਜ ਕਰਾਉਣਗੇ ਮਨਪ੍ਰੀਤ ਬਾਦਲ ਦੇ ਰਿਸ਼ਤੇਦਾਰ ਜੈਜੀਤ ਜੌਹਲ। ਕਿਹਾ ਇੱਕ ਰਿਸ਼ਤੇਦਾਰ ਨੇ ਦਿੱਤੀ ਸੀ ਮਾਫੀ, ਦੂਜਾ ਨਹੀਂ ਦੇਵੇਗਾ। ਕੇਜਰੀਵਾਲ ਨੇ ਜੌਹਲ ਤੇ ਵਪਾਰੀਆਂ ਤੋਂ ਗੁੰਡਾ ਟੈਕਸ ਵਸੂਲਣ ਦੇ ਲਾਏ ਸੀ ਇਲਜ਼ਾਮ। ਪੰਜਾਬ 'ਚ ਦਲਿਤ ਨੂੰ ਮੁੱਖ ਮੰਤਰੀ ਚਿਹਰਾ ਬਣਾਉਣ ਤੇ ਬੀਜੇਪੀ ਦੇ ਗੋਲ-ਮੋਲ ਜਵਾਬ। ਕਿਹਾ ਪਾਰਟੀ ਦਾ ਕੋਈ ਵੀ ਵਰਕਰ ਹੋ ਸਕਦਾ ਚਿਹਰਾ, ਪਹਿਲਾਂ ਦਲਿਤ ਨੂੰ ਸੀਐਮ ਬਣਾਉਣ ਦਾ ਭਰਿਆ ਸੀ ਦਮ। ਪੰਜਾਬ ਦੌਰੇ ਤੇ ਆਏ ਕੇਜਰੀਵਾਲ ਨੂੰ ਰਾਜਾ ਵੜਿੰਗ ਦਾ ਸਵਾਲ, ਸੀਐਮ ਉਹਦੇ ਲਈ ਆਪ ਦੱਸੇ ਆਪਣੇ ਸੰਭਾਵਿਤ ਚਿਹਰੇ। ਕਾਂਗਰਸ ਕੋਲ ਸੀਐਮ ਲਈ 2 ਬਦਲ। ਬੀਐਸਐਫ ਦੇ ਮੁੱਦੇ ਤੇ ਅਕਾਲੀ ਦਲ ਦਾ ਵੱਡਾ ਪ੍ਰਦਰਸ਼ਨ, ਅਟਾਰੀ ਬਾਰਡਰ ਤੋਂ ਗੋਲਡਨ ਗੇਟ ਤੱਕ ਕੀਤਾ ਰੋਸ ਮਾਰਚ। ਸੁਖਬੀਰ ਬਾਦਲ ਬੋਲੇ ਕੇਂਦਰ ਦੇ ਫੈਸਲੇ ਨੂੰ ਪੰਜਾਬ 'ਚ ਨਹੀਂ ਹੋਣ ਦੇਵਾਂਗੇ ਲਾਗੂ। ਜਗਦੀਸ਼ ਟਾਈਟਲਰ ਨੂੰ ਲੈ ਕੇ ਫਿਰ ਛਿੜਿਆ ਵਿਵਾਦ, ਮਨਜਿੰਦਰ ਸਿਰਸਾ ਨੇ ਲਾਏ ਇਲਜ਼ਾਮ। ਬੋਲੇ ਸਿੱਖ ਕਤਲੇਆਮ ਦਾ ਮੁਲਜ਼ਮ ਹੋਣ ਦੇ ਬਾਵਜੂਦ ਟਾਈਟਲਰ ਨੂੰ ਦਿੱਤਾ ਅਹੁਦਾ, ਕਾਂਗਰਸ ਨੇ ਫੈਸਲੇ ਦਾ ਕੀਤਾ ਬਚਾਅ। 6ਵੇਂ ਪੇ ਕਮਿਸ਼ਨ ਦੀਆਂ ਮੰਗਾਂ ਖਿਲਾਫ ਲੁਧਿਆਣਾ 'ਚ ਮੁਲਾਜ਼ਮਾਂ ਦਾ ਪ੍ਰਦਰਸ਼ਨ। ਕਿਹਾ 4 ਸਾਲ ਦੇ ਇੰਤਜ਼ਾਰ ਤੋਂ ਬਾਅਦ ਵੀ ਮਿਲਿਆ ਅਧੂਰਾ ਪੇ ਕਮਿਸ਼ਨ। 11 ਮਹੀਨਿਆਂ ਬਾਅਦ ਖੁੱਲ੍ਹਣ ਜਾ ਰਹੇ ਦਿੱਲੀ ਦੇ ਬੰਦ ਪਏ ਰਾਹ। ਟਿਕਰੀ ਤੇ ਗਾਜ਼ੀਪੁਰ ਬਾਰਡਰ ਤੇ ਬੈਰੀਕੇਡਿੰਗ ਹਟਾਉਣ ਦਾ ਕੰਮ ਜਾਰੀ। ਰਾਹ ਖੁੱਲ੍ਹਣ ਤੇ ਟਿਕੈਤ ਨੇ ਦਿਖਾਏ ਤੇਵਰ। ਬੋਲੇ ਹੁਣ ਸੰਸਦ ਜਾ ਕੇ ਫਸਲ ਵੇਚਣਗੇ ਕਿਸਾਨ। ਕੁੱਲੂ 'ਚ ਰਾਫਟਿੰਗ ਦੌਰਾਨ ਹਾਦਸਾ, ਬਿਆਸ ਨਦੀ 'ਚ ਕਿਸ਼ਤੀ ਪਲਟਣ ਨਾਲ 2 ਮਹਿਲਾਵਾਂ ਦੀ ਮੌਤ, 4 ਜ਼ਖਮੀ। ਮੁੰਬਈ ਦੀਆਂ ਰਹਿਣ ਵਾਲੀਆਂ ਸੀ ਮ੍ਰਿਤਕ ਮਹਿਲਾਵਾਂ। ਦੀਵਾਲੀ ਤੇ ਮਿਲੇਗਾ ਜੀਓ ਫੋਨ ਨੈਕਸਟ। 6500 ਰੁਪਏ ਦੇ ਫੋਨ ਲਈ 1999 ਰੁਪਏ ਦੀ ਕਰਨੀ ਹੋਏਗੀ ਡਾਊਨ ਪੇਮੈਂਟ। ਆਧੁਨਿਕ ਤਕਨੀਕ ਨਾਲ ਲੈਸ ਹੈ ਜੀਓ ਦਾ ਨਵਾਂ ਫੋਨ। ਸਤਿ ਸ਼੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਵਿਜੇਪਾਲ ਸਿੰਘ ਬਰਾੜ। ਸਭ ਤੋਂ ਪਹਿਲਾਂ ਖਬਰ ਅਰਵਿੰਦ ਕੇਜਰੀਵਾਲ ਦੇ ਦੌਰੇ ਨਾਲ ਜੁੜੀ ਹੋਈ। ਬਠਿੰਡਾ ਦੇ ਵਿੱਚ ਅੱਜ ਅਰਵਿੰਦ ਕੇਜਰੀਵਾਲ ਪਹੁੰਚੇ ਹੋਏ ਸੀ। ਵਪਾਰੀਆਂ ਦੇ ਨਾਲ ਮੀਟਿੰਗਾਂ ਸੀ। ਉੱਥੇ ਵਪਾਰੀਆਂ ਨੂੰ ਭਰੋਸਾ ਦਿੱਤਾ ਕਿ 1 ਅਪ੍ਰੈਲ ਤੋਂ ਉਹਨਾਂ ਨੂੰ ਡਰਨ ਦੀ ਲੋੜ ਨਹੀਂ ਹੈ। 1 ਅਪ੍ਰੈਲ ਇਸ ਲਈ ਕਿ ਮਾਰਚ ਦੇ ਵਿੱਚ ਚੋਣਾਂ ਹੋ ਜਾਂਦੀਆਂ ਨੇ, ਨਤੀਜੇ ਆ ਜਾਂਦੇ ਨੇ, ਨਵੀਂ ਸਰਕਾਰ ਬਣ ਜਾਂਦੀ ਹੈ, ਸਹੁੰ ਚੁੱਕ ਲਈ ਜਾਂਦੀ ਹੈ। ਇਸ ਕਰਕੇ ਕੇਜਰੀਵਾਲ ਨੇ 1 ਅਪ੍ਰੈਲ ਦੀ ਤਰੀਕ ਦੱਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਜਾਣੀ ਹੈ ਤੇ 1 ਅਪ੍ਰੈਲ ਤੋਂ ਉਹਨਾਂ ਨੂੰ ਡਰਨ ਦੀ ਲੋੜ ਨਹੀਂ। ਉਹਨਾਂ ਨੇ ਕਿਹਾ ਕਿ ਆਪ ਦੀ ਸਰਕਾਰ 'ਚ ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਆਏਗੀ। ਸਰਕਾਰ ਬਣਨ ਤੇ ਅਸੀਂ ਇੰਸਪੈਕਟਰੀ ਰਾਜ ਖਤਮ ਕਰ ਦਿਆਂਗੇ, ਪੰਜਾਬ 'ਚ ਗੁੰਡਾ ਟੈਕਸ ਦੀ ਵਸੂਲੀ ਬੰਦ ਕਰ ਦਿਆਂਗੇ। ਔਰ ਬਿਨਾਂ ਨਾਮ ਲਏ ਅਰਵਿੰਦ ਕੇਜਰੀਵਾਲ ਨੇ ਮਨਪ੍ਰੀਤ ਬਾਦਲ ਤੇ ਤੰਜ ਕੱਸਿਆ। ਬਠਿੰਡਾ 'ਚ ਉਹਨਾਂ ਨੇ ਕਿਹਾ ਹੈ ਕਿ ਗੁੰਡਾ ਟੈਕਸ ਵਸੂਲਿਆ ਜਾ ਰਿਹਾ ਹੈ। ਮਨਪ੍ਰੀਤ ਬਾਦਲ ਦੇ ਕਰੀਬੀ ਰਿਸ਼ਤੇਦਾਰ ਜੈਜੀਤ ਸਿੰਘ ਜੌਹਲ ਦਾ ਉਹਨਾਂ ਨੇ ਜ਼ਿਕਰ ਕੀਤਾ। ਨਿਸ਼ਾਨੇ ਖਜ਼ਾਨਾ ਮੰਤਰੀ ਤੇ ਲਾਏ, ਪਰ ਜ਼ਿਕਰ ਉਹਨਾਂ ਦੇ ਰਿਸ਼ਤੇਦਾਰ ਦਾ ਕੀਤਾ ਗਿਆ ਤੇ ਉਹਨਾਂ ਨੇ ਕਿਹਾ ਕਿ ਬਠਿੰਡਾ ਦੇ ਵਿੱਚ ਗੁੰਡਾ ਟੈਕਸ ਵਸੂਲਿਆ ਜਾਂਦਾ है। मैंने कहा कि हम इंस्पेक्टर राज खत्म करेंगे, तो चन्नी साहब ने अखबार में इश्तिहार लगाया कि मैं इंस्पेक्टर राज खत्म करूंगा। तो कर दो, अभी तो 2 महीने हैं, क्यों नहीं करते? कहते क्यों हो? चन्नी साहब कह रहे हैं मैं इंस्पेक्टर राज खत्म करूंगा, करो ना, करते क्यों नहीं? नीयत नहीं है, नीयत खराब है। करना हो तो 2 महीने क्या 49 दिन ही बहुत थे। 49 दिन के अंदर ऐसा करिश्मा करके दिखाया था दिल्ली के अंदर, पूरी दुनिया में चर्चा हुई थी। चन्नी साहब के पास तो 5 महीने मिले हैं उनको। हमारी सरकार बनेगी, फरवरी में चुनाव है, मार्च में नतीजे आ जाएंगे। 1 अप्रैल के बाद हर व्यापारी की सुरक्षा हमारी जिम्मेदारी होगी। और आज आपको कहने के जा रहा हूं, उसके बाद डरने की जरूरत नहीं है। उन्होंने आके कहा जी आप कहते हो हमने इंस्पेक्टर आज खत्म कर दिया, ये दिवाली के टाइम पे आपके इंस्पेक्टर आ रहे हैं हमारे पास, तो हमने लिखित आदेश पारित कर दिया कि कोई भी डिपार्टमेंट का कोई भी अधिकारी किसी भी दुकान पे दिवाली के टाइम पे नहीं जाएगा। लेकिन ऑर्डर कौन मानता? ऑर्डर तो कोई मानता नहीं है। आप जितने मर्जी ऑर्डर पास कर दो, इंस्पेक्टर को दुकान में जाने से कौन रोक सकता है? तो उसी ऑर्डर में हमने लिखा कि अगर कोई आपके यहां अधिकारी या कोई इंस्पेक्टर आ जाए तो ये व्हाट्सएप नंबर है,
दूर से उसकी फोटो खींच के इस पे व्हाट्सएप कर देना। भाई साहब उसके बाद इंस्पेक्टरों ने दिवाली लेना बंद कर दिया। फिर दिवाली जनता की होती थी, इंस्पेक्टर अपने घर पे दिवाली मनाता था, जनता अपने घर पे दिवाली मनाती थी। तो इंस्पेक्टर राज खत्म करना हमको आता है, और इंस्पेक्टर राज खत्म करने की हमारी नीयत है, क्योंकि हमारी नीयत साफ है। अगर नीयत खराब हो तो अखबार में बड़े बड़े ऐड तो निकलते हैं, लेकिन इंस्पेक्टर राज खत्म नहीं होता। बातें बड़ी बड़ी होता नहीं है। ਉਧਰ ਅੱਜ ਅਰਵਿੰਦ ਕੇਜਰੀਵਾਲ ਦੇ ਬਿਆਨਾਂ ਤੇ ਮਨਪ੍ਰੀਤ ਬਾਦਲ ਦੇ ਰਿਸ਼ਤੇਦਾਰ ਭੜਕ ਗਏ। ਕੇਜਰੀਵਾਲ ਦੇ ਖਿਲਾਫ ਜੈਜੀਤ ਜੌਹਲ ਨੇ ਮਾਨਹਾਨੀ ਦਾ ਕੇਸ ਦਰਜ ਕਰਾਉਣ ਦੀ ਗੱਲ ਕਹੀ ਔਰ ਨਾਲ ਇਹ ਵੀ ਕਿਹਾ ਕਿ ਇੱਕ ਰਿਸ਼ਤੇਦਾਰ ਨੇ ਮਾਫ ਕੀਤਾ ਸੀ, ਦੂਜਾ ਨਹੀਂ ਕਰੇਗਾ। ਯਾਨੀ ਜ਼ਿਕਰ ਜੈਜੀਤ ਜੌਹਲ ਨੇ ਵੀ ਬਿਨਾਂ ਨਾਮ ਲਏ ਵਿਕਰਮ ਮਜੀਠੀਆ ਤੋਂ ਮੰਗੀ ਮਾਫੀ ਦਾ ਕਰ ਦਿੱਤਾ ਕਿ ਜਿਸ ਵੇਲੇ ਵਿਕਰਮ ਮਜੀਠੀਆ ਤੇ ਇਲਜ਼ਾਮ ਲਾਏ ਸੀ ਅਰਵਿੰਦ ਕੇਜਰੀਵਾਲ ਨੇ, ਉਸ ਤੋਂ ਬਾਅਦ ਵਿਕਰਮ ਮਜੀਠੀਆ ਨੇ ਉਹਨਾਂ ਤੇ ਮਾਨਹਾਨੀ ਦਾ ਕੇਸ ਦਰਜ ਕਰਾਤਾ ਸੀ ਔਰ ਉਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੂੰ ਮਾਫੀ ਮੰਗਣੀ ਪਈ ਔਰ ਮਾਫੀ ਮੰਗ ਕੇ ਉਹਨਾਂ ਨੇ ਆਪਣਾ ਖਹਿੜਾ ਛੁਡਵਾਇਆ। ਸੋ ਜੈਜੀਤ ਜੌਹਲ ਨੇ ਕਿਹਾ ਕਿ ਇੱਕ ਰਿਸ਼ਤੇਦਾਰ ਨੇ ਮਾਫ ਕੀਤਾ ਸੀ, ਦੂਜਾ ਨਹੀਂ ਕਰੇਗਾ। ਕੇਜਰੀਵਾਲ ਵੱਲੋਂ ਅੱਜ ਜੈਜੀਤ ਜੌਹਲ ਤੇ ਗੰਭੀਰ ਇਲਜ਼ਾਮ ਲਾਏ ਗਏ ਸੀ। ਵਪਾਰੀਆਂ ਤੋਂ ਗੁੰਡਾ ਟੈਕਸ ਵਸੂਲਣ ਦੇ ਇਲਜ਼ਾਮ ਲਾਏ ਗਏ ਸੀ, ਜਿਸ ਤੋਂ ਬਾਅਦ ਜੈਜੀਤ ਜੌਹਲ ਨੇ ਕਿਹਾ ਕਿ ਉਹ ਕੇਜਰੀਵਾਲ ਦੇ ਖਿਲਾਫ ਮਾਨਹਾਨੀ ਦਾ ਕੇਸ ਦਰਜ ਕਰਵਾਉਣਗੇ। एक जो टैक्स करके भी है क्या है? तो दोस्तों, ऐसे माहौल में व्यापारी अपना व्यापार कैसे करेगा? और आज कह के जा रहा हूं यहां पे जो टैक्स बंद करेंगे, और उनको भी कह रहा हूं कि अभी बंद कर दो, ज्यादा अच्छा है। ਕੇਜਰੀਵਾਲ ਸਾਹਿਬ ਨੇ ਜੋ ਮੇਰੇ ਬਾਰੇ ਜਾਂ ਮੇਰੇ ਪਰਿਵਾਰ ਬਾਰੇ ਗੱਲ ਕੀਤੀ ਹੈ, ਇਹ ਬੁਖਲਾਟ ਵਿੱਚ ਆਏ ਹੋਏ ਆ। ਜਦੋਂ ਦਾ ਚੰਨੀ ਸਾਹਿਬ ਤੇ FM ਸਾਹਿਬ ਦੇ ਕੰਮ ਦੇਖ ਕੇ ਇਹ ਆਮ ਆਦਮੀ ਪਾਰਟੀ ਬੜੀ ਬੁਖਲਾਟ 'ਚ ਆ ਗਈ ਕਿ ਤੁਸੀਂ ਦੇਖ ਲਓ ਕਿ ਮੇਰਾ ਨਾਮ ਲੈ ਰਿਹਾ ਕੇਜਰੀਵਾਲ ਆ ਕੇ। ਕਿੰਨੇ 'ਚ ਬੁਖਲਾਟ 'ਚ ਆਏ ਹੋਏ ਕਿ ਇੱਕ ਲੀਡਰ ਮੇਰਾ ਨਾਮ ਲੈ ਰਿਹਾ। ਕੇਜਰੀਵਾਲ ਸਾਹਿਬ ਦੀ ਆਦਤ ਹੈ, ਇਹਨਾਂ ਨੇ ਪਹਿਲਾਂ ਵੀ ਇੱਕ ਲੀਡਰ ਤੋਂ ਮਾਫੀ ਮੰਗੀ ਸੀ ਤੇ ਮੇਰੀ ਕੇਜਰੀਵਾਲ ਸਾਹਿਬ ਨੂੰ ਇਹ ਹੈ ਕਿ ਹੁਣ ਤਿਆਰੀ ਰੱਖਿਓ, ਬਠਿੰਡੇ ਤੁਹਾਡਾ ਕਾਫੀ ਆਉਣਾ ਜਾਣਾ ਰਹੂਗਾ। ਮੰਡੇ ਨੂੰ ਕੇਜਰੀਵਾਲ ਸਾਹਿਬ ਦੇ ਖਿਲਾਫ ਡੈਫੇਮੇਸ਼ਨ ਦਾ ਕ੍ਰਿਮੀਨਲ ਡੈਫੇਮੇਸ਼ਨ ਕੇਸ ਅਸੀਂ ਫਾਈਲ ਕਰਾਂਗੇ। ਸੋ ਕੇਜਰੀਵਾਲ ਸਾਹਿਬ, ਤੁਸੀਂ ਪਹਿਲਾਂ ਤਾਂ ਮਾਫੀ ਮੰਗੀ ਸੀ ਇੱਕ ਰਿਸ਼ਤੇਦਾਰ ਤੋਂ, ਪਰ ਦੂਜਾ ਨਹੀਂ ਮਾਫੀ ਦਿੰਦਾ। ਪੰਜਾਬ ਦੌਰੇ ਤੇ ਆਏ ਅਰਵਿੰਦ ਕੇਜਰੀਵਾਲ ਨੂੰ ਅੱਜ ਰਾਜਾ ਵੜਿੰਗ ਨੇ ਵੀ ਸਵਾਲ ਕੀਤੇ। ਰਾਜਾ ਵੜਿੰਗ ਨੇ ਕਿਹਾ ਕਿ ਕੇਜਰੀਵਾਲ ਦੱਸਣ ਕਿ ਪੰਜਾਬ ਲਈ ਸੀਐਮ ਚਿਹਰਾ ਕੌਣ ਹੈ, ਪੰਜਾਬ ਲਈ ਸੰਭਾਵਿਤ ਸੀਐਮ ਚਿਹਰਾ ਕੌਣ ਹੋਏਗਾ। ਇਸ ਬਾਬਤ ਕੇਜਰੀਵਾਲ ਨੂੰ ਪੁੱਛਿਆ ਹੈ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ, ਪੰਜਾਬ ਦੇ ਕੈਬਨਿਟ ਮੰਤਰੀ ਨੇ। ਔਰ ਨਾਲ ਦੀ ਨਾਲ ਰਾਜਾ ਵੜਿੰਗ ਨੇ ਇਹ ਵੀ ਕਿਹਾ ਕਿ ਕਾਂਗਰਸ ਦੇ ਕੋਲ ਸੀਐਮ ਚਿਹਰੇ ਲਈ ਦੋ ਬਦਲ ਨੇ, ਨਵਜੋਤ ਸਿੰਘ ਸਿੱਧੂ ਤੇ ਚਰਨਜੀਤ ਚੰਨੀ। ਉਹਨਾਂ ਦੇ ਲਈ ਇੱਕ ਤਰੀਕੇ ਨਾਲ ਵੜਿੰਗ ਨੇ ਖੁੱਲਾ ਰਾਹ ਦੱਸਿਆ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਕੋਲ ਆਲਰੇਡੀ ਦੋ ਬਦਲ ਨੇ, ਪਰ ਕੇਜਰੀਵਾਲ ਦੱਸਣ ਕਿ ਉਹਨਾਂ ਦਾ ਸੰਭਾਵਿਤ ਚਿਹਰਾ ਕਿਹੜਾ ਹੋਏਗਾ। ਅੱਜ ਭਗਵੰਤ ਮਾਨ ਨਾ ਤਾਂ ਉਹਨੂੰ ਚੀਫ ਮਿਨਿਸਟਰ ਐਲਾਨਿਆ ਜਾ ਰਿਹਾ, ਕਿਉਂਕਿ ਹਜੇ ਵੀ ਕਿਤੇ ਨਾ ਕਿਤੇ ਮਨ 'ਚ ਕੇਜਰੀਵਾਲ ਸਾਹਿਬ ਦੇ ਹੈ ਕਿ ਹੋਵਾ ਨਾ ਤਾਂ ਮੈਂ ਹੀ ਪੰਜਾਬ ਦਾ ਮੁੱਖ ਮੰਤਰੀ ਬਣ ਜਾ, ਨਾ ਉਹਨੂੰ ਛੱਡਿਆ ਹੀ ਜਾ ਰਿਹਾ। ਸੋ ਕੋਈ ਵੀ ਵਿਅਕਤੀ ਉਹਨਾਂ ਦੀ ਪਾਰਟੀ ਦਾ ਜਾਂ MLA ਜਾਂ ਲੀਡਰ ਇਹ ਨਹੀਂ ਦੱਸ ਸਕਦਾ ਕਿ ਸਾਡਾ ਚੀਫ ਮਿਨਿਸਟਰ ਅਗਲਾ ਕੌਣ ਹੋਏਗਾ। ਦੋਵਾਂ 'ਚ ਹੋਏਗਾ, ਇਹਨਾਂ ਤਿੰਨਾਂ 'ਚ ਹੋਏਗਾ। ਮੈਂ ਇਹ ਨਹੀਂ ਕਹਿੰਦਾ ਕਿ ਕਾਂਗਰਸ ਨੇ ਆਪਦਾ ਸਥਿਰ ਕੋਈ ਚੀਫ ਮਿਨਿਸਟਰ ਦਾ ਨਾਮ ਦੱਸਦਾ ਹੈ, ਲੇਕਿਨ ਅਲਟੀਮੇਟਲੀ ਇਹ ਤਾਂ ਹੈ ਨਾ ਕਿ ਇਹਨਾਂ ਤਿੰਨਾਂ ਬੰਦਿਆਂ 'ਚ ਹੋਏਗਾ ਜਾਂ ਦੋਹਾਂ ਬੰਦਿਆਂ 'ਚ ਹੋਏਗਾ। ਉੱਥੇ ਕੋਈ ਹਜੇ ਵੀ ਮੈਂ ਇਹ ਨਹੀਂ ਕਹਿੰਦਾ ਕਿ ਕਾਂਗਰਸ ਨੇ ਆਪਦਾ ਸਥਿਰ ਕੋਈ ਚੀਫ ਮਿਨਿਸਟਰ ਦਾ ਨਾਮ ਦੱਸਦਾ ਹੈ, ਲੇਕਿਨ ਅਲਟੀਮੇਟਲੀ ਇਹ ਤਾਂ ਹੈ ਨਾ ਕਿ ਇਹਨਾਂ ਤਿੰਨਾਂ ਬੰਦਿਆਂ 'ਚ ਹੋਏਗਾ ਜਾਂ ਦੋਹਾਂ ਬੰਦਿਆਂ 'ਚ ਹੋਏਗਾ। ਉੱਥੇ ਕੋਈ ਹਜੇ ਵੀ ਭੰਬਲ ਪੂਸ। ਉਧਰ ਕਾਂਗਰਸ ਦੇ ਸੀਐਮ ਚਿਹਰੇ ਨੂੰ ਲੈ ਕੇ ਬੀਜੇਪੀ ਆਗੂ ਸੁਰਜੀਤ ਜਾਨੀ ਨੇ ਕਿਹਾ ਕਿ ਕਾਂਗਰਸ ਨੇ ਦਲਿਤ ਨੂੰ ਸੀਐਮ ਤਾਂ ਬਣਾ ਲਿਆ, ਪਰ ਹੁਣ ਚੰਨੀ ਕਾਂਗਰਸ ਦੇ ਗਲੇ ਦੀ ਹੱਡੀ ਬਣ ਗਏ ਨੇ। ਦਲਿਤ ਚਿਹਰਾ ਗਿਆ ਸੀ, ਉਹ ਹੁਣ ਵਾਪਸ ਲੈ ਲਿਆ ਸਲੋਗਨ। ਕੋਈ ਵੀ ਹੋ ਸਕਦਾ। कौन कहता है दलित चेहरा नहीं बनूंगा हिंदू, कौन सब बन सकते, कोई भी बन सकता है। भारतीय जनता पार्टी ਕਿਉਂਕਿ ਦਲਿਤ ਚਿਹਰਾ ਤਾਂ ਮੈਨੂੰ ਲੱਗਦਾ ਕਾਂਗਰਸ ਨੇ ਉਹ ਦਾ ਖੇਡ ਲਿਆ, ਤਾਂ ਹੁਣ ਤੁਹਾਨੂੰ ਕੋਈ ਨਵਾਂ ਆਹ ਕਿਹੜਾ ਖੇਲਿਆ ਉਹਨਾਂ ਨੇ? ਉਹਨਾਂ ਦੀ ਤਾਂ ਉਹਨਾਂ ਨੇ ਬਣਾਤਾ। ਤੁਸੀਂ ਕਿਹਾ ਸੀ ਉਹਨਾਂ ਨੇ ਬਣਾਤਾ। ਉਹਨਾਂ ਦੇ ਗਲ 'ਚ ਫਾਂਸ ਫਸ ਗਈ ਨਾ, ਉਹ ਥੁੱਕਣ ਜੂ ਨਾ ਗਿੱਟਣ ਜੂ, ਉਹ ਕੋਈ ਗੱਲ ਨਹੀਂ। ਤੇ ਬਠਿੰਡਾ 'ਚ ਅੱਜ ਅਰਵਿੰਦ ਕੇਜਰੀਵਾਲ ਕਿਸਾਨਾਂ ਦੇ ਸਵਾਲਾਂ 'ਚ ਵੀ ਉਲਝਦੇ ਨਜ਼ਰ ਆਏ ਔਰ ਸਵਾਲਾਂ ਦੇ ਜਵਾਬ ਦਿੱਤੇ ਬਿਨਾਂ ਹੀ ਉੱਠ ਕੇ ਚਲੇ ਗਏ। ਦਰਅਸਲ ਕਿਸਾਨਾਂ ਵੱਲੋਂ
ਕਸ਼ਮੀਰ ਦੇ ਵਿੱਚ ਹਟਾਈ ਗਈ ਧਾਰਾ 370 ਦੇ ਸੰਦਰਭ ਦੇ ਵਿੱਚ ਕੇਜਰੀਵਾਲ ਤੋਂ ਸਵਾਲ ਪੁੱਛੇ ਗਏ ਸੀ ਕਿ ਕੀ ਤੁਸੀਂ ਧਾਰਾ 370 ਦਾ ਵਿਰੋਧ ਕਰਦੇ ਹੋ, ਜਾਂ ਉਹਨਾਂ ਨੇ ਇਹ ਵੀ ਕਿਹਾ ਕਿ ਤੁਸੀਂ ਉਸ ਵੇਲੇ ਧਾਰਾ 370 ਹਟਾਏ ਜਾਣ ਦੀ ਸਪੋਰਟ ਕਿਉਂ ਕੀਤੀ। ਪਹਿਲਾਂ ਤਾਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕਿਸਾਨਾਂ ਦੇ ਨਾਲ ਇਸ ਮਸਲੇ ਦਾ ਕੋਈ ਸਬੰਧ ਨਹੀਂ ਹੈ, ਕਿਸਾਨੀ ਦੇ ਨਾਲ ਇਹ ਪੋਲੀਟੀਕਲ ਮਸਲਾ ਹੈ। ਫਿਰ ਜਦੋਂ ਕਿਸਾਨਾਂ ਨੇ ਕਿਹਾ ਕਿ ਇਹ ਸਟੇਟ ਦੇ ਅਧਿਕਾਰਾਂ ਦਾ ਮਸਲਾ ਹੈ ਔਰ ਜਿਹੜੇ ਖੇਤੀ ਕਾਨੂੰਨ ਵੀ ਬਣਾਏ ਗਏ ਨੇ ਉਹ ਵੀ ਸਟੇਟ ਦੇ ਅਧਿਕਾਰਾਂ ਦੇ ਨਾਲ ਜੁੜੇ ਹੋਏ ਨੇ, ਇਸ ਕਰਕੇ ਇਹ ਸਵਾਲ ਬਣਦਾ ਹੈ। ਪਰ ਕੇਜਰੀਵਾਲ ਨੇ ਇਸ ਦਾ ਜਵਾਬ ਨਹੀਂ ਦਿੱਤਾ ਤੇ ਉੱਥੋਂ ਉੱਠ ਕੇ ਚਲੇ ਗਏ। ਉਹਨਾਂ ਨੇ ਕਿਹਾ ਕਿ ਸਿਰਫ ਕਿਸਾਨੀ ਬਾਬਤ ਸਵਾਲ ਪੁੱਛੇ ਜਾਣ, ਸਿਆਸੀ ਸਵਾਲਾਂ ਦਾ ਜਵਾਬ ਅਸੀਂ ਬਾਹਰ ਦੇਵਾਂਗੇ। ਇੱਕ ਛੋਟਾ ਜਿਹਾ ਕਮਰਸ਼ੀਅਲ ਬ੍ਰੇਕ, ਜਲਦ ਵਾਪਸ ਆਉਣੇ ਹਾਂ।